ਵਾਹਿਗੁਰੂ ਸਾਹਿਬ ਜੀ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰੁ ਪਾਵੋ, ਡੁੱਬਦੇ ਪੱਥਰ ਤਾਰੀ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਚਿਤ ਛੂਟੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਵਾਇਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ। ਵਡਭਾਗੇ ਹਾਂ ਗੁਰੂ ਜੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਸ਼ਬਦ ਕੀਰਤਨ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕੀਤਾ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਹੁਕਮ ਸਾਡੀ ਝੋਲੀ ਵਿੱਚ ਦਾਤ ਵਜੋਂ ਬਖਸ਼ਿਸ਼ ਰੂਪ ਵਿੱਚ ਪਾਇਆ ਹੈ। ਅੱਜ ਦਾ ਇਹ ਪਾਵਨ ਬਚਨ ਸੂਹੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 747 ਉੱਪਰ ਸਵਾਇਮਾਨ ਹੈ। ਇਸ ਪਾਵਨ ਬਚਨ ਦੇ ਅੰਦਰ ਗੁਰੂ ਸਾਹਿਬ ਨੇ ਭਲੇ ਪੁਰਸ਼ਾਂ ਦੇ ਬਚਨ ਨੂੰ ਕਮਾ ਕੇ ਗੁਰੂ ਦੇ ਰਾਹੀਂ ਸਦਾ ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਦੇ ਬਚਨ ਕਮਾਉਣ ਨੂੰ ਆਖਿਆ, ਗੁਰੂ ਦੇ ਬਚਨ ਕਮਾਉਣ ਨੂੰ ਕਿਹਾ। ਪਰ ਇਹ ਪਾਰ ਉਤਾਰਾ ਤਾਂ ਹੋ ਸਕਦਾ ਜੇ ਤੂੰ ਸਤ ਸੰਗਤ ਕਰੇ। ਪਰ ਕੁਝ ਉਦਾਹਰਨਾਂ ਦਿੱਤੀਆਂ, ਨਾਲ ਧਿਆਨ ਨਾਲ ਸਰਵਣ ਕਰਨਾ। ਕੁਝ ਉਦਾਹਰਨਾਂ ਦਿੱਤੀਆਂ। ਪਹਿਲੀ ਉਦਾਹਰਨ ਪਖੰਡ ਦੀ ਦਿੱਤੀ ਹੈ। ਮਨੁੱਖ ਬੜਾ ਪਖੰਡੀ ਹੈ, ਬੜੇ ਦੰਭ ਕਰਦਾ, ਪਖੰਡ ਰਚਦਾ। ਜ਼ਿੰਦਗੀ ਦੇ ਅੰਦਰ ਪਖੰਡ ਤੋਂ ਇਲਾਵਾ ਹੋਰ ਕੁਝ ਦਿਸਦਾ ਹੀ ਨਹੀਂ। ਜੇ ਇਹ ਦੁਕਾਨਦਾਰੀ ਕਰਦਾ ਉੱਥੇ ਪਖੰਡ, ਜੇ ਇਹ ਖੇਤੀਬਾੜੀ ਕਰਦਾ ਉੱਥੇ ਪਖੰਡ। ਪਖੰਡ ਦਾ ਭਾਵ ਅਰਥ ਇਹ ਹੈ ਕਿ ਜੋ ਅਸੀਂ ਕਰ ਰਹੇ ਹਾਂ, ਜਿਹਦੇ ਵਿੱਚ ਇੱਕ ਕਿਨਕਾ ਮਾਤਰ ਵੀ ਸੱਚਾਈ ਨਹੀਂ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਹੈ ਆਰੰਭ ਵਿੱਚ ਕਿ ਕਰਮ ਧਰਮ ਪਾਖੰਡ ਜੋ ਦੀਸੈ। ਹੁਣ ਅੱਗੇ ਦੂਸਰੀ ਉਦਾਹਰਨ ਦਿੱਤੀ ਹੈ ਇਸ਼ਨਾਨ ਦੀ।
ਇਸ਼ਨਾਨ ਅਸੀਂ ਸਾਰੇ ਕਰਦੇ ਹਾਂ। ਕੋਈ ਇਸ਼ਨਾਨ ਜਿਹੜਾ ਤਨ ਨੂੰ ਸਾਫ਼ ਕਰਨ ਵਾਸਤੇ ਕਰਦਾ, ਬੜੇ ਧਿਆਨ ਨਾਲ ਸਲਮ ਕਰਨਾ। ਸਵੇਰੇ ਉੱਠਦੇ ਆ ਨਾ, ਅਸੀਂ ਨਹਾਉਂਦੇ ਸਾਰੇ ਹੀ ਹਾਂ, ਇਸ਼ਨਾਨ ਰੋਜ਼ ਹੀ ਕਰਦੇ ਹਾਂ। ਕੋਈ ਤਨ ਸਾਫ਼ ਕਰਦਾ ਕਿ ਮੇਰਾ ਤਨ ਮੈਲਾ ਹੋਇਆ, ਮੈਂ ਤਾਂ ਇਸ਼ਨਾਨ ਕਰਨਾ, ਸਰੀਰ ਦੀ ਸ਼ੁੱਧਤਾ ਕਰਨੀ ਹੈ। ਕੋਈ ਇਸ਼ਨਾਨ ਕਰਕੇ ਗੁਰਦੁਆਰੇ ਆਉਂਦਾ, ਕੋਈ ਮੰਦਰ ਜਾਂਦਾ, ਕੋਈ ਮਸਜਿਦ ਜਾਂਦਾ। ਕਹਿਣ ਤੋਂ ਭਾਵ ਹਰ ਇੱਕ ਦਾ ਜਿਹੜਾ ਇਸ਼ਨਾਨ ਕਰਨ ਦਾ ਮਕਸਦ ਹੈ ਉਹ ਅਲੱਗ ਅਲੱਗ ਹੈ। ਅਤੇ ਗੁਰੂ ਸਾਹਿਬ ਨੇ ਦੂਜੀ ਜਿਹੜੀ ਉਦਾਹਰਨ ਦਿੱਤੀ ਉਹ ਇਸ਼ਨਾਨ ਦੀ ਦਿੱਤੀ ਹੈ ਕਿ ਜਿਹੜੇ ਕਰਮ ਨੇ ਕਿਤੇ ਉਹ ਪਖੰਡ ਨਾ ਬਣ ਜਾਣ, ਜਿਹੜਾ ਇਸ਼ਨਾਨ ਹੈ ਕਿਤੇ ਉਹ ਪਖੰਡ ਨਾ ਬਣ ਜਾਵੇ। ਤੀਸਰੀ ਉਦਾਹਰਨ ਜਿਹੜੀ ਦਿੱਤੀ ਹੈ ਉਹ ਹੈ ਧਰਮ ਗ੍ਰੰਥਾਂ ਦੀ। ਆਮ ਪ੍ਰਚਲਿਤ ਨੇ ਜਿਹੜੇ, ਜਿਨ੍ਹਾਂ ਨੂੰ ਉਸ ਸਮੇਂ ਪੜ੍ਹਿਆ ਜਾਂਦਾ ਸੀ। ਅਤੇ ਚੌਥੀ ਉਦਾਹਰਨ ਜਿਹੜੀ ਹੈ ਨਾ, ਉਹ ਉਦਾਹਰਨ ਨਹੀਂ, ਉਹਦੇ ਵਿੱਚ ਨਿਚੋੜ ਕੱਢਿਆ ਵੀ ਕਿਤੇ ਮਤਾਂ ਕੋਈ ਇਹ ਸੋਚ ਲਵੇ, ਕਿਉਂਕਿ ਹਰ ਮਨੁੱਖ ਦੀ ਮਾਨਸਿਕਤਾ ਇਹ ਆ, ਹਰ ਇੱਕ ਇਹੋ ਹੀ ਸੋਚਦਾ ਕਿ ਜੋ ਗੁਰੂ ਸਾਹਿਬ ਨੇ ਉਚਾਰਨ ਕੀਤਾ ਜਾਂ ਜੋ ਸਾਡਾ ਕਥਾਵਾਚਕ ਗੁਰਬਾਣੀ ਦੀ ਵਿਚਾਰ ਕਰ ਲਿਆ ਉਹ ਮੇਰੇ ਵਾਸਤੇ ਕਰ ਰਿਹਾ। ਗੁਰੂ ਸਾਹਿਬ ਕਹਿੰਦੇ ਨਹੀਂ ਭਲਿਓ, ਇਸ ਜਗਤ ਦੇ ਉੱਤੇ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਸਤਿਗੁਰੂ ਨੇ 4 ਉਦਾਹਰਨਾਂ ਦਿੱਤੀਆਂ। ਆਓ ਬੜੇ ਪਿਆਰ ਦੇ ਨਾਲ ਇਹਦੀ ਵਿਚਾਰ ਕਰੀਏ। ਸਤਿਗੁਰੂ ਜੀ ਆਰੰਭ ਵਿੱਚ ਸਭ ਤੋਂ ਪਹਿਲਾਂ ਰਹਾਉ ਵਾਲਾ ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੈ ਉਹਦੇ ਵਿੱਚ ਕੀ ਬਖਸ਼ਿਸ਼ ਕਰਦੇ ਨੇ। ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਸਾਹਿਬ ਇਸ ਰਹਾਉ ਵਾਲੇ ਪਦੇ ਅੰਦਰ ਬਖਸ਼ਿਸ਼ ਕਰਦੇ ਨੇ, ਹੇ ਸੰਤ ਜਨੋ, ਬੰਦਗੀ ਕਰਨ ਵਾਲਿਓ, ਗੁਰੂ ਦੇ ਦਰ ਉੱਤੇ ਜੁੜਨ ਵਾਲਿਓ, ਤੁਸੀਂ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਨਿਕਲਣਾ। ਸੰਤ ਹੋ ਸਾਗਰ ਪਾਰ ਉਤਰੀਐ। ਇਹ ਸੰਸਾਰ ਸਮੁੰਦਰ ਹੈ ਜਿਹਦੇ ਵਿੱਚ ਮਨੁੱਖ ਸਰੀਰ ਰੂਪੀ ਬੇੜੀ ਨੂੰ ਇਸ ਸਮੁੰਦਰ ਦੇ ਵਿੱਚ ਤਰਨ ਵਾਸਤੇ ਛੱਡਦਾ, ਅਤੇ ਜਿਹਦਾ ਤੇ ਇਸ ਕਿਸ਼ਤੀ ਦੇ ਰਾਹੀਂ ਮਨ ਰੂਪੀ ਚੱਪੂ ਸਹੀ ਚੱਲ ਰਿਹਾ, ਉਹਦੀ ਕਿਸ਼ਤੀ ਕਦੇ ਡੁੱਬੇਗੀ ਨਹੀਂ। ਅਤੇ ਜਿਹੜਾ ਅਵੇਸਲਾ ਹੋ ਗਿਆ ਨਾ, ਜਿਹੜਾ ਮਨ ਨੂੰ ਸਮਝਾ ਨਹੀਂ ਸਕਿਆ, ਭਾਵ ਜਿਹੜਾ ਹੱਥ ਵਿੱਚ ਚੱਪੂ ਫੜਿਆ ਹੋਇਆ, ਇਹ ਚੱਪੂ ਜਿਹੜਾ ਨਾ, ਇਹ ਜੇ ਸਹੀ ਤਰੀਕੇ ਨਾਲ ਨਹੀਂ ਚੱਲਿਆ ਤੇ ਫਿਰ ਉਹ ਕਿਸ਼ਤੀ ਡੁੱਬ ਜਾਏਗੀ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਹੇ ਸੰਤ ਜਨੋ, ਤੁਸੀਂ ਗੁਰੂਦੁਆਰੇ ਆਏ ਜੇ, ਬੰਦਗੀ ਕਰਨ ਆਏ ਜੇ, ਰੱਬ ਦਾ ਨਾਮ ਸਿਮਰਨ ਕਰਨ ਆਏ ਜੇ। ਜੇ ਤੁਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਨਿਕਲਣਾ, ਜੇ ਭਵਜਲ ਸਮੁੰਦਰ ਨੂੰ ਪਾਰ ਕਰਨਾ, ਤੇ ਆਓ ਮੈਂ ਤੁਹਾਨੂੰ ਵਿਧ ਦੱਸਦਾ ਕਿ ਜੇ ਕੋ ਬਚਨ ਕਮਾਵੈ ਸੰਤਨ ਕਾ, ਜੇ ਕੋਈ ਭਲਾ ਪੁਰਸ਼ ਆਖਦੇ ਕਿ ਭਲਿਆ ਬੰਦਗੀ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਅਤੇ ਅਸੀਂ ਸਾਰੇ ਸਿਆਣੇ ਜਨ ਬੈਠੇ ਹਾਂ, ਜੇ ਕੋਈ ਸਾਨੂੰ ਉਪਦੇਸ਼ ਦੇਵੇ ਨਾ, ਅਤੇ ਅਸੀਂ ਸੜ ਬਲ ਜਾਂਦੇ ਹਾਂ ਕਿ ਮੈਨੂੰ ਆਖ ਦਿੱਤਾ ਕਿ ਮੈਂ ਬਾਣੀ ਨਹੀਂ ਪੜ੍ਹਦਾ, ਕਿ ਮੈਂ ਇਸ਼ਨਾਨ ਨਹੀਂ ਕਰਦਾ। ਨਹੀਂ ਭਲਿਓ, ਬਾਣੀ ਪੜ੍ਹਨੀ, ਇਸ਼ਨਾਨ ਕਰਨਾ ਅਤੇ ਮਰਯਾਦਾ ਵਿੱਚ ਰਹਿਣਾ ਬੜਾ ਔਖਾ। ਬਾਣੀ ਰੋਜ਼ ਅਸੀਂ ਪੜ੍ਹਦੇ ਹਾਂ, ਇਸ਼ਨਾਨ ਅਸੀਂ ਰੋਜ਼ ਹੀ ਕਰਦੇ ਹਾਂ, ਪਰ ਜਿਹੜੀ ਮਰਯਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਪ੍ਰਭਾਤੀ ਉੱਠ ਨਾਮ ਜਪ ਨਿਸ ਬਾਸੁਰ ਅਰਾਧ, ਜਿਹੜਾ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਜਿਹੜਾ ਨਾ ਉਹ ਸਾਂਭਣਾ ਉਹ ਬੜਾ ਔਖਾ, ਬੜਾ ਮੁਸ਼ਕਿਲ ਹੈ। ਅਤੇ ਜੇ ਕੋਈ ਸਾਂਭ ਲਵੇ ਤਾਂ ਮੇਰੇ ਖਿਆਲ ਅਹੰਕਾਰ ਦੀ ਬੜੀ ਵੱਡੀ ਪੰਡ ਬੱਚੀ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਭਲਿਓ, ਜੇ ਕੋਈ ਭਲਾ ਪੁਰਸ਼ ਸਤ ਸੰਗੀ ਜਨ ਸੰਤ ਸੁਭਾਅ ਤੁਹਾਨੂੰ ਕੁਝ ਆਖਦਾ ਏ, ਕੁਝ ਕਹਿੰਦਾ ਏ, ਅਤੇ ਉਹਦਾ ਜਿਹੜਾ ਬਚਨ ਹੈ ਉਹਨੂੰ ਕਮਾ ਲੈਣਾ ਚਾਹੀਦਾ, ਭਲੇ ਪੁਰਸ਼ ਦਾ।
क्यों? क्योंकि सो गुर प्रसादी तरी है। ਉਹਦੇ ਬਚਨਾਂ ਸਦਕਾ ਗੁਰੂ ਦੇ ਹੁਕਮ ਰਾਹੀਂ ਉਹ ਮਨੁੱਖ ਇਸ ਭੌਜਲ ਸਮੁੰਦਰ ਤੋਂ ਪਾਰ ਨਿਕਲ ਜਾਂਦਾ ਹੈ। ਸਤਿਗੁਰੂ ਜੀ ਆਰੰਭ ਵਿੱਚ ਹੁਣ ਬਖਸ਼ਿਸ਼ ਕਰਦੇ ਨੇ। ਇੱਕ ਗੱਲ ਕੀਤੀ ਹੈ, ਧਿਆਨ ਦੇਣਾ, ਕਿਉਂਕਿ ਜੇ ਬਿਰਤੀ ਖਿੰਡ ਜਾਵੇ ਨਾ ਫਿਰ ਸਾਰਾ ਸ਼ਬਦ ਦਾ ਭਾਵ ਅਰਥ ਜਿਹੜਾ ਉਹ ਸਮਝ ਵਿੱਚ ਨਹੀਂ ਆਉਂਦਾ। ਗੁਰੂ ਸਾਹਿਬ ਨੇ ਰਹਾਉ ਵਾਲੇ ਪੰਕਤੀ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਸੰਤ ਜਨਾਂ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਜੇ ਕੋਈ ਭਲਾ ਪੁਰਸ਼ ਤੁਹਾਨੂੰ ਕੋਈ ਆਖ ਦੇ ਤੇ ਉਹਦਾ ਬਚਨ ਮੰਨ ਲੈਣਾ ਚਾਹੀਦਾ, ਪਰ ਓਟ ਤੇ ਆਸਰਾ ਗੁਰੂ ਦਾ। ਇਹ ਨਹੀਂ ਕਿ ਜਿਹਨੇ ਹੁਣ ਆਖਿਆ ਕਿ ਭਲਿਆ ਤੂੰ ਨਾਮ ਸਿਮਰਨ ਕਰ, ਉਹਦੇ ਗੋਡੇ ਘੁੱਟਣ ਲੱਗ ਪਏ। ਨਹੀਂ, ਕੇਂਦਰਿਤ ਸਾਡਾ ਜਿਹੜਾ ਇਹ ਕੇਂਦਰ ਉਹ ਹੈ ਸਤਿਗੁਰੂ, ਗੁਰੂ, ਸ਼ਬਦ ਗੁਰੂ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਭਲਿਓ ਹੁਣ ਤੁਸੀਂ ਗੁਰੂ ਦੀ ਗੋਦ ਵਿੱਚ ਆ ਗਏ ਜੇ। ਸਾਰੇ ਜਾਣੇ ਧਿਆਨ ਦੇਣਾ, ਗੁਰੂ ਸਾਹਿਬ ਬੜੇ ਕਮਾਲ ਦੇ ਬਚਨ ਆਖ ਰਹੇ ਨੇ ਆਰੰਭ ਵਿੱਚ। ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾਗਾਤੀ ਲੂਟੈ। ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਜੇ ਵਿਖਾਵੇ ਵਾਸਤੇ ਬਾਣੀ ਪੜ੍ਹਨ ਲੱਗ ਜਾਈਏ ਤਾਂ ਉਹ ਹੈ ਪਖੰਡ। ਜਿਹੜਾ ਕਰਮ ਧਰਮ ਦੇ ਸਹਾਰੇ ਕੀਤਾ ਗਿਆ ਪਰ ਹੋਵੇ ਵਿਖਾਵੇ ਦੀ ਮਾਤਰ। ਸਾਰੇ ਆਉਂਦੇ ਆ ਨਾ ਮੇਰੇ ਵਰਗਾ, ਫਿਰ ਚਿੱਟੇ ਰੰਗ ਦੇ ਕੱਪੜੇ ਪਾ ਕੇ ਸੋਹਣੀ ਦਸਤਾਰ ਸਜਾ ਕੇ ਤੇ ਫਿਰ ਜਦੋਂ ਗੁਰਦੁਆਰੇ ਐਂਟਰੀ ਕਰਦਾ ਤੇ ਮਨ ਵਿੱਚ ਇਹ ਹੁੰਦਾ ਕਿ ਭਾਈ ਮੇਰੇ ਵੱਲ ਸਾਰੇ ਵੇਖਣ ਕਿ ਗਿਆਨੀ ਜੀ ਆ ਰਹੇ ਆ। ਜੇ ਕੋਈ ਧਨਾੜ ਪੁਰਸ਼ ਹੈ ਨਾ ਜਿਹਦੇ ਕੋਲ ਚਾਰ ਦੰਬੜੇ ਆ, ਉਹ ਸਿਰ ਉੱਚਾ ਕਰਕੇ ਆਏਗਾ ਮੈਨੂੰ ਸਾਰੇ ਜਾਣੇ ਵੇਖ ਲੈਣ। ਜੇ ਉਹ ਬਾਣੀ ਪੜ੍ਹ ਲਿਆ ਤੇ ਬਾਰ-ਬਾਰ ਇੱਧਰ ਉੱਧਰ ਨਿਗਾਹ ਮਾਰੇਗਾ। ਇਹ ਸਾਡੀ ਅਸਲੀਅਤ ਹੈ ਕਿ ਮੇਰੇ ਕੋਲ ਵੱਲ ਕੋਈ ਵੇਖ ਰਿਹਾ, ਮੈਂ ਬਾਣੀ ਪੜ੍ਹ ਰਿਹਾ। ਅਸੀਂ ਕਿਸੇ ਨੂੰ ਨਹੀਂ ਵਿਖਾਉਣਾ, ਅਸੀਂ ਵਿਖਾਉਣਾ ਹੈ ਗੁਰੂ ਨੂੰ। ਸਾਡੀ ਜਿਹੜੀ ਅਸੀਂ ਬਾਣੀ ਪੜ੍ਹ ਰਹੇ ਹਾਂ ਨਾ, ਅਸੀਂ ਬਾਣੀ ਗੁਰੂ ਨੂੰ ਸੁਣਾਉਣੀ ਹੈ, ਕਿਸੇ ਨੂੰ ਨਹੀਂ ਸੁਣਾਉਣੀ। ਅਸੀਂ ਕਿਸੇ ਨੂੰ ਨਹੀਂ ਵਿਖਾਉਣਾ, ਅਸੀਂ ਤੇ ਗੁਰੂ ਨੂੰ ਖੁਸ਼ ਕਰਨਾ। ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਕਿ ਜਿਹੜਾ ਕਰਮ ਕਰ ਰਿਹਾ ਨਾ ਧਰਮ ਦੇ ਸਹਾਰੇ, ਭਾਈ ਇਹ ਪਖੰਡ ਨਾ ਹੋ ਜਾਵੇ, ਕਿਉਂਕਿ ਜੇ ਪਖੰਡ ਹੋ ਗਿਆ ਤੇ ਫਿਰ ਉਹਨੂੰ ਜਮਾਂ ਨੇ ਲੁੱਟ ਲੈਣਾ। ਜਮ ਜਾਗਾਤੀ ਲੁੱਟੈ, ਉਹਨੂੰ ਜਿਹੜੇ ਜਮ ਨੇ ਉਹ ਪਕੜ ਲੈਂਦੇ ਨੇ, ਉਹਨੂੰ ਜਮਾਂ ਦੀ ਫਾਹੀ ਵਿੱਚ ਪੈਣਾ ਪੈਂਦਾ। ਬੜੀ ਲੰਮੀ ਵਿਚਾਰ ਹੈ, ਸਮਾਂ ਸੀਮਤ ਹੈ। ਮਨ ਵਿੱਚ ਕਈ ਵਿਚਾਰਾਂ ਆ ਜਾਂਦੀਆਂ ਕਿ ਵੀ ਜਮ ਹੈ ਕਿ ਨਹੀਂ ਹੈ। ਅਸੀਂ ਕਹਿ ਦਿੰਦੇ ਹਾਂ ਨਾ ਭਲਿਆ ਜੇ ਇਸ ਸੰਸਾਰ ਦੇ ਵਿੱਚ ਮਾੜੇ ਕਰਮ ਕੀਤੇ ਤੇ ਜਮਾਂ ਨੇ ਗਲ ਵਿੱਚ ਫਾਹੀ ਪਾਉਣੀ ਹੈ। ਤੇ ਕਈ ਸੱਜਣ ਕਹਿ ਦਿੰਦੇ ਅੱਗੇ ਕਿਨੇ ਵੇਖਿਆ। ਗੁਰੂ ਸਾਹਿਬ ਇਸੇ ਸਮੇਂ ਦੀ ਜ਼ਿਕਰ ਕਰ ਰਹੇ। ਨਹੀਂ, ਜਦੋਂ ਅਸੀਂ ਸੋਹਿਲਾ ਸਾਹਿਬ ਬਾਣੀ ਪੜ੍ਹਦੇ ਹਾਂ ਨਾ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਹੱਥ ਜੋੜ ਕੇ ਆਖਦੇ ਨੇ, ਮੇਰੇ ਸੱਜਣੋ ਕਰੋ ਬੇਨਤੀ, ਸੁਣੋ ਮੇਰੇ ਮੀਤਾ। ਧਿਆਨ ਨਾਲ ਸੁਣਨਾ। ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸੰਤ ਵੇਲਾ। ਆਗੇ ਮਤਲਬ ਅੱਗੇ ਕੁਛ ਹੈ ਇਸ ਧਰਤੀ ਦੇ ਉੱਤੇ। ਇਹਾਂ ਖਾੜ ਚਲੋ, ਇੱਥੇ ਕੁਝ ਖੱਟਣ ਨੂੰ ਕਿਹਾ ਤੇ ਜੇ ਖੱਟ ਕੇ ਕੁਛ ਲੈ ਕੇ ਜਾਣਾ ਫਿਰ ਅੱਗੇ ਵੀ ਕੁਛ ਹੈ। ਇੱਥੇ ਸਤਿਗੁਰੂ ਜੀ ਨੇ ਕਿਹਾ ਕਿ ਜੇ ਪਖੰਡ ਕੀਤਾ ਧਰਮ ਦੀ ਆੜ ਹੇਠ ਤੇ ਫਿਰ ਅੱਗੇ ਜਮਾਂ ਨੇ ਲੁੱਟਣਾ। ਇਹ ਸੱਚਾਈ ਹੈ। ਤੇ ਸਤਿਗੁਰੂ ਜੀ ਫਿਰ ਇਸ ਲੁੱਟ ਤੋਂ ਬਚਣ ਵਾਸਤੇ ਜਿਹੜਾ ਅਗਲਾ ਬਚਨ ਬਖਸ਼ਿਸ਼ ਕਰਦੇ ਨੇ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਰਸਵਾਰਥ। ਮਨ ਦੇ ਵਿੱਚ ਕੋਈ ਸਵਾਰਥ ਨਾ ਹੋਵੇ। ਅਸੀਂ ਬਾਣੀ ਪੜ੍ਹਦੇ ਹਾਂ ਨਾ ਵੀ ਮੈਂ 5 ਸੁਖਮਣੀਆਂ ਕਰ ਲਵਾਂਗਾ ਪਾਤਸ਼ਾਹ, ਮੇਰਾ ਸਰੀਰ ਤੰਦਰੁਸਤ ਹੋ ਜਾਵੇ। ਮੈਂ ਨਾ 1.25 ਮਹੀਨਾ ਨਿਤਨੇਮ ਕਰਾਂਗਾ ਪਾਤਸ਼ਾਹ, ਮੇਰੇ ਘਰ ਦੇ ਵਿੱਚ ਧਨ ਦੀ ਤੋਟ ਨਾ ਆਵੇ। ਇਹ ਕੀ ਹੈ? ਸਵਾਰਥ। ਇਹ ਮੇਰਾ ਸਵਾਰਥ ਹੈ ਨਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਆ ਭਲਿਆ ਕਿਉਂ ਸਵਾਰਥ ਕਰ ਰਹੇ ਹੋ? ਤੇਰਾ ਸਵਾਰਥ ਤੇ ਤੇਰੇ ਜਨਮ ਤੋਂ ਪਹਿਲਾਂ ਹੀ ਸੰਸਾਰ ਦੇ ਵਿੱਚ ਜੋ ਕੁਛ ਸੀ ਉਹ ਸਾਰਾ ਕੁਝ ਭੇਜ ਦਿੱਤਾ। ਉਹ ਸਭ ਕੁਝ ਤੈਨੂੰ ਦੇ ਰਿਹਾ ਏ ਤੇ ਤੂੰ ਲੈ ਰਿਹਾ ਹੈ। ਇਸ ਧਰਤੀ ਦੇ ਉੱਤੇ ਹਰ ਚੀਜ਼ ਤੇਰੇ ਵਾਸਤੇ ਸਥਾਪਿਤ ਕੀਤੀ ਹੈ। ਖਾਣ ਪੀਣ ਨੂੰ ਵਸਤਾਂ ਨੇ,
ਭਾਈ ਗੁਰਦਾਸ ਜੀ ਕਹਿੰਦੇ ਅਸਨ ਬਸਨ ਸੰਗ ਲੀਨਿਓ ਬਚਨ ਕਿਨੇ ਜਨਮ ਲੈ ਸਤਿਗੁਰ ਸ੍ਰੀ ਗੁਰੂ ਉਰਾਦ ਹੈ ਇਹਾਂ ਆਏ ਦਾਤਾ ਵਿਸਰਾਏ ਦਾਸੀ ਲਪਟਾਏ ਪੰਚ ਦੂਤ ਭੂਤ ਭ੍ਰਮ ਭ੍ਰਮਤ ਅਸਾਦ ਹੈ। ਉੱਥੇ ਬਚਨ ਕੀਤਾ ਸੀ ਭਾਈ ਗੁਰਦਾਸ ਜੀ ਕਹਿੰਦੇ ਅਸੀਂ ਬਚਨ ਕਰਕੇ ਆਏ ਸਾਂ ਪਾਤਸ਼ਾਹ, ਆ ਜੋ ਕੁਝ ਤੂੰ ਦਿੱਤਾ ਨਾ ਅਸਨ ਤੇ ਬਸਨ ਖਾਣ ਪੀਣ ਤੇ ਰਹਿਣ ਸਹਿਣ ਵਾਸਤੇ ਜਿਹੜੇ ਪਦਾਰਥ ਦਿੱਤੇ ਨੇ ਤੇਰਾ ਸ਼ੁਕਰਾਨਾ ਹੈ। ਅਸੀਂ ਧਰਤੀ ਤੇ ਜਾ ਕੇ ਤੇਰਾ ਨਾਮ ਜਪਾਂਗੇ। ਪਰ ਇਹ ਹੋਇਆ ਕਿ ਇਹਾਂ ਆਏ ਦਾਤਾ ਵਿਸਰਾਏ, ਦਾਤੇ ਨੂੰ ਵਿਸਾਰ ਦਿੱਤਾ, ਦਾਸੀ ਲਪਟਾਏ, ਪੈਦਾ ਕੀਤੀ ਹੋਈ ਮਾਇਆ ਉਹਦੇ ਵਿੱਚ ਖਚਿਤ ਹੋ ਗਏ, ਉਹਨੂੰ ਜੱਫੀ ਪਾ ਲਈ। ਹੁਣ ਕੇਵਲ ਸਾਨੂੰ ਆਡੀਆਂ ਅੱਖਾਂ ਦੇ ਨਾਲ ਧਨ ਦਿਖਦਾ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਭਲਿਆ ਇਹ ਅੱਖਾਂ ਧਨ ਵੇਖਣ ਨੂੰ ਨਹੀਂ ਦਿੱਤੀਆਂ, ਇਹ ਪਰਾਏ ਜਿਸਮ ਨੂੰ ਵੇਖਣ ਵਾਸਤੇ ਨਹੀਂ ਦਿੱਤੀਆਂ। ਇਹ ਜਿਹੜਾ ਸਰੀਰ ਦਿੱਤਾ ਇਹਦੇ ਉੱਤੇ ਇਹ ਜਿਹੜੇ ਗਿਆਨ ਇੰਦਰੇ ਲਾਏ ਨੇ ਇਹਨਾਂ ਦੇ ਨਾਲ ਸਤਿਗੁਰੂ ਨੂੰ ਵੇਖਣਾ। ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਕਿੰਨੀ ਤਾਕੀਦ ਕੀਤੀ ਹੈ, ਅਸੀਂ ਕਿੰਨੀ ਕੁ ਮੰਨ ਲਈ? ਅਸੀਂ ਨਹੀਂ ਮੰਨਦੇ। ਤੇ ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਨੇ ਕਿ ਭਲਿਓ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ। ਜੇ ਪਖੰਡ ਕੀਤਾ ਤੇ ਜਮਾ ਨੇ ਲੁੱਟ ਲਿਆ, ਤੇ ਜੇ ਤੂੰ ਨਿਰਸਵਾਰਥ ਹੋ ਕੇ ਪ੍ਰਮਾਤਮਾ ਦਾ ਕੀਰਤਨ ਸਿਮਰਨ ਬੰਦਗੀ ਕੀਤੀ ਨਾ ਤੇ ਇੱਕ ਨਿਮਖ ਵਿੱਚ ਤੈਨੂੰ ਉਹ ਛਡਾ ਲਵੇਗਾ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮਹਿ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਜਿੱਥੇ ਗੁਰੂ ਸਾਹਿਬ ਜੀ ਨੇ ਕਰਮ ਧਰਮ ਪਾਖੰਡ ਦੀ ਗੱਲ ਕੀਤੀ ਨਾ, ਇੱਥੇ ਮੈਂ ਰੁਕ ਕੇ ਅੱਗੇ ਚੱਲਾਂਗਾ। ਦਸ਼ਮੇਸ਼ ਪਿਤਾ ਜੀ ਦਾ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਅੰਮ੍ਰਿਤ ਵੇਲੇ ਸਵਈਆਂ ਦੇ ਵਿੱਚ। ਕਹਾਂ ਬਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰ ਨ ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਤੇ ਕਰਮ ਪਖੰਡ ਦਿਖਣ ਲੱਗ ਪਏ ਤੇ ਫਿਰ ਇਸ ਧਰਤੀ ਦੇ ਉੱਤੇ ਜਮਾ ਨੇ ਲੁੱਟਣਾ। ਤੇ ਜੇ ਕਰਮ ਜਿਹੜੇ ਨੇ ਉਹ ਸਤਿਗੁਰੂ ਦੇ ਬਚਨਾਂ ਅਨੁਸਾਰ ਕਮਾਏ ਗਏ ਤੇ ਫਿਰ ਉਹ ਪਰਮਾਤਮਾ ਆਪਣਾ ਸਿਮਰਨ ਦੇ ਕੇ ਇਸ ਧਰਤੀ ਤੋਂ ਛੁਡਾ ਲੈਂਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਜਿਹੜਾ ਇਸ਼ਨਾਨ ਹੈ ਨਾ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮਹਿ ਮੈਲ ਭਰੀਜੈ। ਹੁਣ ਇਸ਼ਨਾਨ ਤੇ ਕਰਨ ਜਾਂਦਾ, ਇਸ਼ਨਾਨ ਕਰਨ ਜਾਈਦਾ ਨਾ ਤੇ ਕਰਦੇ ਕੀ ਆ? ਇਸ਼ਨਾਨ ਕੀਤਾ, ਕਿਸੇ ਵੀ ਧਰਮ ਸਥਾਨ ਤੇ ਜਾ ਕੇ ਇਸ਼ਨਾਨ ਕੀਤਾ। ਫਿਰ ਇਸ਼ਨਾਨ ਕਰਨ ਤੋਂ ਬਾਅਦ ਉੱਥੇ ਦਰਸ਼ਨ ਮੇਲੇ ਕੀਤੇ। ਅਸਲ ਵਿੱਚ ਇਹ ਜਿਹੜੇ ਇਸ਼ਨਾਨ ਨੇ ਨਾ ਇਹ ਉਹਨਾਂ ਇਸ਼ਨਾਨਾਂ ਦੀ ਗੱਲ ਕੀਤੀ ਸੀ ਜਦੋਂ ਲੋਕ ਕੇਵਲ ਤੀਰਥਾਂ ਉੱਤੇ ਇਸ਼ਨਾਨ ਕਰਕੇ ਸਮਝਦੇ ਸਨ ਮੇਰੇ ਮਨ ਜਿਹੜੀ ਮੈਲ ਉਹ ਧੁੱਪ ਗਈ ਮਨ ਦੀ। ਪਰ ਗੁਰੂ ਸਾਹਿਬ ਕਹਿੰਦੇ ਨੇ ਇਹ ਤੇ ਕੇਵਲ ਤਨ ਦੀ ਮੈਲ ਧੁੱਪਦੀ ਹੈ, ਮਨ ਦੀ ਮੈਲ ਤੇ ਨਾਮ ਦੇ ਨਾਲ ਧੁੱਪਦੀ ਹੈ। ਜੇ ਆਖੀਏ ਕਿ ਤਨ ਨੂੰ ਸਾਫ਼ ਕੀਤਿਆਂ ਮਨ ਦੀ ਮੈਲ ਧੁੱਪ ਜਾਏ ਤੇ ਨਹੀਂ। ਗੁਰੂ ਕੇ ਪਿਆਰਿਓ ਗੁਰੂ ਸਾਹਿਬ ਕਹਿੰਦੇ ਅਸਲ ਵਿੱਚ ਮਨ ਦੀ ਮੈਲ ਜਿਹੜੀ ਆ ਉਹ ਪ੍ਰਮਾਤਮਾ ਦੀ ਬੰਦਗੀ ਕੀਤਿਆਂ, ਅੱਲਾ ਅੱਲਾ ਕੀਤਿਆਂ, ਰਾਮ ਰਾਮ ਕੀਤਿਆਂ, ਰਹੀਮ ਰਹੀਮ ਕੀਤਿਆਂ, ਵਾਹਿਗੁਰੂ ਵਾਹਿਗੁਰੂ ਕੀਤਿਆਂ ਧੁੱਪਦੀ ਹੈ। ਕਿਉਂਕਿ ਸਾਡੇ ਮਨਾਂ ਵਿੱਚ ਇਹ ਭਰਮ ਨਾ ਰਹਿ ਜਾਵੇ। ਗੁਰੂ ਸਾਹਿਬ ਦਾ ਇਹ ਬਚਨ ਹੈ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ। ਭਾਵ ਨਾਮ ਕੋਈ ਵੀ ਜਪ ਰਿਹਾ ਪਰ ਮਨ ਨੂੰ ਸਾਫ਼ ਕਰਨ ਵਾਸਤੇ। ਮੁਸਲਮਾਨ ਦੇ ਮਨ ਅੰਦਰ ਬੜਾ ਵੱਡਾ ਜਿਹੜੀ ਵੱਡੀ ਮੈਲ ਸੀ, ਦੂਸਰੇ ਨੂੰ ਖਤਮ ਕਰਕੇ ਆਪਣੇ ਧਰਮ ਵਿੱਚ ਰਲਾਉਣਾ। ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਮੁਸਲਮਾਨ ਮੋਮ ਦਿਲ ਧੋਵੈ ਅੰਤਰ ਕੀ ਮਲ ਦਿਲ ਤੈ ਧੋਵੈ। ਗੁਰੂ ਸਾਹਿਬ ਨੇ ਤੇ ਬਖਸ਼ਿਸ਼ ਕੀਤੀ। ਹੁਣ ਸਤਿਗੁਰੂ ਜੀ ਇੱਥੇ ਇਸ਼ਨਾਨ ਤੀਰਥ ਇਸ਼ਨਾਨਾਂ ਦੀ ਗੱਲ ਕਰਦੇ ਨੇ ਕਿ ਭਲਿਓ ਜੇ ਤੀਰਥ ਇਸ਼ਨਾਨ ਕਰ ਲਏ, ਤੀਰਥਾਂ ਉੱਤੇ ਜਾ ਕੇ ਆਪਣੇ ਤਨ ਨੂੰ ਧੋ ਲਿਆ, ਪਰ ਇਸ ਜਗਤ ਵਿੱਚ ਮਨ ਉੱਤੇ ਮੈਲ ਜਿਹੜੀ ਉਹ ਭਰੀ ਪਈ ਹੈ,
इस कल मैं मैल भरीजे मल जिहड़ी अंदर भरी पई है, मैं इहदा पाप करना, मैं पंडित को जाके इहदे जिहड़ा मेरा गुआंढी है इहदे वास्ते टूणा करा के लियाउणा, ये मैल नहीं तो होर की है। ਉਹ ਜਾ ਕੇ ਫਿਰ ਉਹ ਪੰਡਿਤ ਜਿਹੜਾ ਟੂਣਾ ਕਰਕੇ ਦਿੰਦਾ ਕਿ ਲੈ ਵੀ ਫਲਾਣੇ ਦਾ ਸਤਿਆਨਾਸ਼ ਕਰ ਦੇ। ਪੰਡਿਤ ਉਹ ਥੋੜ੍ਹਾ ਹੈ, ਬ੍ਰਾਹਮਣ ਉਹ ਥੋੜ੍ਹਾ ਹੈ ਜਿਹੜਾ ਕਿਸੇ ਦਾ ਬੁਰਾ ਕਰੇ। ਕਿਉਂਕਿ ਗੁਰੂ ਘਰ ਦੇ ਵਿੱਚੋਂ ਆਵਾਜ਼ ਇਹ ਹੈ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਚਿੱਤ ਦੇ ਵਿੱਚ ਤੇ ਕਿਸੇ ਦਾ ਬੁਰਾ ਸੋਚਣਾ ਹੀ ਨਹੀਂ। ਤੇ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਕਿ ਭਲਿਆ ਜੇ ਤੂੰ ਤੀਰਥਾਂ 'ਤੇ ਕਰੋੜਾਂ ਤੀਰਥਾਂ 'ਤੇ ਇੱਕ ਨਹੀਂ ਕਰੋੜਾਂ ਤੀਰਥਾਂ 'ਤੇ ਇਸ਼ਨਾਨ ਕਰ ਲਵੇਂ ਪਰ ਮਨ ਦੇ ਅੰਦਰ ਮੈਲ ਹੈ, ਫਿਰ ਉਹ ਗੱਲ ਨਹੀਂ ਬਣਨੀ। ਪਰ ਇਹ ਸਤਿਗੁਰੂ ਜੀ ਠੀਕ ਕਿੱਥੋਂ ਹੋਵੇਗੀ? ਇਹ ਨਹੀਂ ਵੀ ਤੀਰਥਾਂ 'ਤੇ ਇਸ਼ਨਾਨ ਨਹੀਂ ਕਰਨਾ, ਇਹ ਨਹੀਂ ਕਿ ਇਸ਼ਨਾਨ ਹੁਣ ਅਸੀਂ ਕਹਿ ਦੇਵਾਂਗੇ ਵੀ ਲਓ ਜੀ ਫਿਰ ਦਰਬਾਰ ਸਾਹਿਬ ਇਸ਼ਨਾਨ ਕਰਨ ਦਾ ਮਹੱਤਵ ਕੀ ਹੈ। ਨਹੀਂ ਗੁਰੂ ਕੇ ਪਿਆਰਿਓ, ਇਹ ਤਨ ਨੂੰ ਸਾਫ਼ ਕਰਦਾ, ਤਨ ਨੂੰ ਅਰੋਗ ਕਰਦਾ। ਕਈ ਵਾਰ ਜਿਸ ਜਲ ਦੇ ਵਿੱਚ ਅਸੀਂ ਪੁਰਾਣੇ ਸਮੇਂ ਵਿੱਚ ਵੇਖਦੇ ਹੁੰਦੇ ਸਾਂ, ਘਰ ਦੇ ਵਿੱਚ ਜਦੋਂ ਪਾਠ ਰੱਖਣਾ ਨਾ ਗੁਰੂ ਕੇ ਪਿਆਰਿਓ, ਤੇ ਇੱਕ ਜਲ ਜਿਹੜਾ ਕੁੰਭ ਸੀ ਉਹ ਜਲ ਦਾ ਰੱਖਿਆ ਜਾਂਦਾ ਸੀ, ਪਰ ਉਹ ਬਾਅਦ ਵਿੱਚ ਪਖੰਡ ਬਣ ਗਿਆ। ਉਹ ਜਲ ਰੱਖਿਆ ਜਾਂਦਾ ਸੀ, 48 ਘੰਟੇ ਬਾਣੀ ਪੜ੍ਹੀ ਜਾਂਦੀ ਹੈ। ਤੁਹਾਡੇ ਨਲਕੇ ਦਾ ਪਾਣੀ ਉਹ ਉਨਾ ਸਵਾਦ ਨਹੀਂ ਹੋਏਗਾ, ਉਹ ਛਕਣ ਦਾ ਆਨੰਦ ਨਹੀਂ ਆਏਗਾ ਜਿਹੜਾ ਉਹ ਘੜੇ ਦੇ ਵਿੱਚ ਰੱਖਿਆ ਹੋਇਆ ਜਲ ਸੀ ਨਾ ਗੁਰੂ ਦੇ ਕੋਲ, ਉਹ ਜਦੋਂ ਅਸੀਂ ਛਕਦੇ ਉਹਦਾ ਆਨੰਦ ਆਉਂਦਾ। ਦਰਬਾਰ ਸਾਹਿਬ ਦੇ ਸਰੋਵਰ ਦਾ ਚੂਲਾ ਲਿਆ ਹੋਇਆ ਅਤੇ ਬਾਹਰੋਂ ਜਲ ਛਕੇ ਹੋਏ ਦਾ ਬੜਾ ਅੰਤਰ ਹੈ, ਕਿਉਂਕਿ ਉੱਥੇ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ। ਅਤੇ ਗੁਰੂ ਸਾਹਿਬ ਇਸ ਕਰਕੇ ਬਖਸ਼ਿਸ਼ ਕਰਦੇ ਨੇ ਕਿ ਭਲਿਆ ਇਸ਼ਨਾਨ ਕਰੀ ਜਾਏ ਅਤੇ ਤੇਰੇ ਮਨ ਦੇ ਅੰਦਰ ਕੁੱਟ ਕੁੱਟ ਕੇ ਮੈਲ ਭਰੀ ਹੋਵੇ ਕਿ ਮੈਂ ਹੁਣ ਇਸ਼ਨਾਨ ਕੀਤਾ ਅਤੇ ਮੈਂ ਹੁਣ ਇੱਥੋਂ ਜਾਂਦਾ ਜਾਂਦਾ ਫਲਾਣੇ ਦੇ ਬੁਰਾਈ ਵਾਸਤੇ ਕੁਛ ਕਰਕੇ ਲੈ ਜਾਵਾਂ। ਨਹੀਂ ਗੁਰੂ ਕੇ ਪਿਆਰਿਓ, ਇਹ ਸਾਡਾ ਕਰਮ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਜੇ ਮਨ ਦੇ ਅੰਦਰ ਮੈਲ ਹੈ ਨਾ ਅਤੇ ਉਹ ਨਾਮ ਦੇ ਨਾਲ ਧੋਤੀ ਜਾਂਦੀ ਹੈ। ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਨਾ, ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਸਤਿਗੁਰੂ ਜੀ ਹੁਣ ਬਖਸ਼ਿਸ਼ ਕਰ ਰਹੇ ਨੇ ਕਿ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਲ ਰੀਝੈ। ਇਕੱਲਾ ਇਸ਼ਨਾਨ ਕੀਤਿਆਂ ਨਹੀਂ ਮਨ ਨਿਰਮਲ ਹੋਣਾ, ਸਾਧ ਸੰਗਤ ਵਿੱਚ ਜੁੜ ਬੈਠ ਕੇ ਹਰੀ ਦੇ ਗੁਣ ਗਾਉਣੇ ਪੈਣਗੇ, ਪਰਮਾਤਮਾ ਦੀ ਬੰਦਗੀ ਕਰਨੀ ਪਏਗੀ, ਨਾਮ ਦੀ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਉਚਾਰਨ ਕਰਨੀ ਪਏਗੀ। ਅਤੇ ਫਿਰ ਸਤਿਗੁਰੂ ਕੀ ਕਰੇਗਾ? ਉਹਨੂੰ ਨਿਰਮਲ ਕਰ ਲੀਜਿਆ, ਉਹਨੂੰ ਨਿਰਮਲ ਕਰ ਲੈਂਦਾ, ਪਵਿੱਤਰ ਕਰ ਲੈਂਦਾ ਹੈ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਗੁਰੂ ਸਾਹਿਬ ਕਹਿੰਦੇ ਵੇਦ ਆਦਿਕ ਜਿਹੜੇ ਧਰਮ ਗ੍ਰੰਥ ਨੇ, ਕਤੇਬ ਸਾਮੀ ਜਿਹੜੇ ਗ੍ਰੰਥ ਨੇ, ਸਿਮਰਤੀਆਂ ਜਿਹੜੇ ਸ਼ਾਸਤਰ ਨੇ, ਇਹ ਸਾਰੇ ਪੜ੍ਹਿਆਂ ਮੁਕਤ ਹੀ ਨਹੀਂ ਹੋ ਸਕਦੇ। ਹੁਣ ਇੱਥੇ ਮੈਂ ਬੇਨਤੀ ਕਰਾਂ, ਬਾਣੀ ਅਸੀਂ ਵੀ ਪੜ੍ਹਦੇ ਹਾਂ, ਬੜੀ ਬਾਣੀ ਪੜ੍ਹਦੇ ਹਾਂ, ਪਰ ਅਸਲ ਵਿੱਚ ਸਾਡੇ ਮਨ ਉੱਤੇ ਅਸਰ ਕਿਉਂ ਨਹੀਂ ਹੋ ਰਿਹਾ? ਤੁਸੀਂ ਸਿਆਣੇ ਪੁਰਸ਼ ਬੈਠੇ ਜੇ, ਪਿਓ ਕੋਈ ਗੱਲ ਆਖੇ ਨਾ ਅਤੇ ਅੱਗੋਂ ਉਹਦੇ ਜਵਾਕ ਜਿਹੜੇ ਨੇ, ਜਿਹੜੇ ਉਹਦੇ ਬੱਚੇ ਨੇ, ਉਹ ਬੈਠੇ ਹੋਏ ਕੰਨਾਂ ਦੇ ਨਾਲ ਕੇਵਲ ਸੁਣ ਰਹੇ ਨੇ, ਅਮਲ ਨਹੀਂ ਕਰ ਰਹੇ, ਉਹ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੋਣਗੇ। ਪਰ ਜੇ ਪਿਓ ਕਹਿ ਰਿਹਾ ਕੁਛ ਅਤੇ ਅਸੀਂ ਕੰਨਾਂ ਦੇ ਨਾਲ ਸੁਣ ਵੀ ਰਹੇ ਹਾਂ ਅਤੇ ਮਨ ਕਰਕੇ ਮੰਨ ਵੀ ਰਹੇ ਹਾਂ, ਫਿਰ ਜਿਹੜਾ ਉਹ ਕਹਿਆ ਹੋਇਆ ਬੋਲ ਹੈ ਉਹ ਬੱਚਾ ਕਮਾਵੇਗਾ। ਹੁਣ ਹੋ ਕੀ ਰਿਹਾ? ਅਸੀਂ ਬਾਣੀ ਤਾਂ ਪੜ੍ਹ ਰਹੇ ਹਾਂ, ਸੁਣ ਵੀ ਰਹੇ ਹਾਂ, ਪਰ ਮੰਨ ਨਹੀਂ ਰਹੇ। ਅਤੇ ਸਿਆਣੇ ਵਿਦਵਾਨ ਪੁਰਸ਼ ਇਹ ਗੱਲ ਆਖਦੇ ਨੇ, ਭਲੇ ਪੁਰਸ਼ ਜਿਹੜੇ ਸਤ ਸੰਗੀ ਜਨ ਨੇ, ਜਿਹੜੇ ਸਤ ਸੰਗਤ ਵਿੱਚ ਜੁੜਦੇ ਨੇ, ਕਿਸੇ ਭਲੇ ਪੁਰਸ਼ ਦੇ ਕੋਲ ਬਹਿ ਜਾਈਏ, ਉਹ ਇਹ ਗੱਲ ਆਖਦੇ ਨੇ ਕਿ ਜਦੋਂ ਬਾਣੀ ਪੜ੍ਹਦੇ ਜਨਾ, ਇਹ ਸੱਚਾਈ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਅਤੇ ਇੱਕ ਪਾਸੇ ਲਾਗੇ ਹੁਣ ਫੋਨ ਪਿਆ ਹੁੰਦਾ,
एक ਕੰਨ ਜਿਹੜਾ ਫੋਨ ਵੱਲ ਹੁੰਦਾ, ਰਿੰਗ ਵੱਜ ਜਾਏਗੀ ਤੇ ਮੈਂ ਸੁਣ ਲਵਾਂ, ਕਿਤੇ ਕੋਈ ਕਸਟਮਰ ਮੇਰਾ ਜਿਹੜਾ ਕਾਰੋਬਾਰ ਉਹ ਠੱਪ ਨਾ ਹੋ ਜਾਵੇ, ਮੇਰਾ ਕਸਟਮਰ ਨਾਰਾਜ਼ ਨਾ ਹੋ ਜਾਵੇ। ਇੱਕ ਬੰਨੇ ਸਾਡਾ ਕੰਨ ਉਹ ਹੁੰਦਾ ਤੇ ਦੂਜਾ ਕੰਨ ਹੁੰਦਾ ਘਰ ਵਾਲਾ। ਨਾਸ਼ਤਾ ਬਣ ਗਿਆ, ਚਾਹ ਬਣ ਗਈ ਹੈ, ਪ੍ਰਸ਼ਾਦਾ ਤਿਆਰ ਹੋ ਗਿਆ, ਕਿਉਂਕਿ ਮੈਂ ਡਿਊਟੀ ਤੇ ਜਾਣਾ, ਲੇਟ ਨਾ ਹੋ ਜਾਵਾਂ। ਤੇ ਤੀਜਾ ਜਿਹੜਾ ਅੱਖਾਂ ਜਿਹੜੀਆਂ ਨੇ ਉਹ ਸਾਹਮਣੇ ਬਾਣੀ ਪੜ੍ਹ ਰਹੀਆਂ ਨੇ। ਅਸਲ ਵਿੱਚ ਅੱਖਾਂ ਦੇ ਨਾਲ ਪੜ੍ਹ ਕੇ ਕੰਨਾਂ ਜ਼ੁਬਾਨ ਤੋਂ ਉਚਾਰਨ ਕਰਨਾ, ਅੱਖਾਂ ਨਾਲ ਵੇਖਣਾ ਤੇ ਕੰਨਾਂ ਨਾਲ ਸੁਣਨਾ। ਤੇ ਸਾਹਮਣੇ ਜਿਹੜਾ ਵਾ ਉਹ ਸਾਡਾ ਗੁਰੂ ਬੈਠਾ ਹੋਇਆ। ਇਹ ਨਹੀਂ ਕਿ ਸਾਹਮਣੇ ਪ੍ਰਕਾਸ਼ ਨਹੀਂ ਹੈ ਕਿ ਸਾਨੂੰ ਗੁਰੂ ਸੁਣ ਨਹੀਂ ਰਿਹਾ, ਕਿਉਂਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਭਲੇ ਪੁਰਸ਼ਾਂ ਨੇ ਪੁਕਾਰ ਪੁਕਾਰ ਕੇ ਆਖਿਆ ਕਿ ਹਰ ਜਗ੍ਹਾ ਗੁਰੂ ਸਾਹਿਬ ਵੀ ਇਹ ਪੁਕਾਰ ਪੁਕਾਰਾ ਕਰੇ ਕਿ ਹਰ ਜਗ੍ਹਾ ਜਿਹੜਾ ਵਾ ਪਰਮਾਤਮਾ ਜਲ ਥਲ ਮਹੀਲ ਪੂਰਿਆ, ਸੁਆਮੀ ਸੱਜਣਹਾਰ ਅਨਕ ਭਾਂਤ ਕੋਈ ਪਸਰਿਆ, ਨਾਨਕ ਏਕ ਓੰਕਾਰ। ਹੁਣ ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨ ਦਾ ਤਰੀਕਾ ਨਹੀਂ। ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਥੋੜ੍ਹੀ ਪੜ੍ਹ ਲਿਆ ਕਰੀਏ ਪਰ ਪਿਆਰ ਦੇ ਨਾਲ। ਇਹ ਨਹੀਂ ਵੀ ਜਪਜੀ ਸਾਹਿਬ ਪੜ੍ਹਨਾ ਮੈਂ ਤਾਂ 15 ਮਿੰਟਾਂ 'ਚ ਸਮਾਪਤੀ ਕਰ ਲੈਂਦਾ, ਮੈਂ ਤਾਂ 10 ਮਿੰਟਾਂ 'ਚ ਫਿਰ ਭਲੇ ਹੋ ਜਾਂਦੀ ਹੈ। ਅਭਿਆਸ ਹੈ ਨਾ, ਜਿੰਨਾ ਅਭਿਆਸ ਕਰਾਂਗੇ ਉਨੀ ਜਲਦੀ ਬਾਣੀ ਕੰਠ ਵੀ ਹੁੰਦੀ ਹੈ ਅਤੇ ਉਹ ਰਿਪੀਟ ਵੀ ਹੋ ਜਾਂਦੀ ਹੈ। ਪਰ ਅਸਲ ਵਿੱਚ ਅਸੀਂ ਗੁਰੂ ਨਾਲ ਗੱਲਾਂ ਕਰਨੀਆਂ। ਸਾਹਮਣੇ ਜਦੋਂ ਹੱਥ ਵਿੱਚ ਗੁਟਕਾ ਸਾਹਿਬ ਹੋਵੇ ਤੇ ਮਨ ਦੇ ਅੰਦਰ ਇਹ ਧਾਰਨ ਕਰਨਾ, ਸਾਹਮਣੇ ਬੈਠਾ ਗੁਰੂ ਨਾਨਕ ਮੇਰੀ ਬਾਣੀ ਨੂੰ ਸੁਣ ਰਿਹਾ, ਜੋ ਮੈਂ ਉਚਾਰਨ ਕਰ ਰਿਹਾ ਉਹ ਸੁਣ ਰਿਹਾ। ਮੈਂ ਕਿਤੇ ਗਲਤ ਬਾਣੀ ਨਾ ਪੜ੍ਹ ਜਾਵਾਂ। ਮਨ ਦੇ ਅੰਦਰ ਭਉ ਤੇ ਭਾਉ ਦੋਵੇਂ, ਡਰ ਤੇ ਪ੍ਰੇਮ ਦੋਵੇਂ ਹੋਣੇ ਚਾਹੀਦੇ ਨੇ। ਡਰ ਗੁਰੂ ਦਾ, ਆਪਾਂ ਪਿਤਾ ਦਾ ਡਰ ਮੰਨਦੇ ਹਾਂ ਨਾ ਕਿ ਕੋਈ ਗਲਤੀ ਹੋ ਗਈ ਤੇ ਪਿਤਾ ਝਿੜਕੇਗਾ, ਪਰ ਦੂਜੇ ਪਾਸੇ ਪਿਆਰ ਵੀ ਹੁੰਦਾ ਕਿ ਮੇਰਾ ਪਿਤਾ ਜਿਹੜਾ ਉਹ ਮੈਨੂੰ ਬਖਸ਼ ਵੀ ਲਏਗਾ, ਮੈਨੂੰ ਮਾਰੇਗਾ ਨਹੀਂ, ਮੈਂ ਬੱਚਾ ਨਾ, ਮੈਨੂੰ ਡਾਂਟੇਗਾ ਨਹੀਂ। ਜੇ ਡਾਂਟ ਹੋਏਗੀ ਵੀ ਤੇ ਉਹ ਪਿਆਰ ਦੀ ਹੋਵੇਗੀ। ਸਾਹਮਣੇ ਬੈਠ ਕੇ ਉਸ ਬਾਣੀ ਨੂੰ ਸੁਣ। ਜਦੋਂ ਬਾਣੀ ਉਚਾਰਨ ਕਰਦਾ ਆਪਣੇ ਕੰਨਾਂ ਦੇ ਨਾਲ ਸੁਣ। ਤੇਰੀ ਨਿਗਾਹ ਮੋਬਾਈਲ 'ਤੇ ਨਾ ਹੋਵੇ, ਜਿੱਥੇ ਬੈਠਾ ਉੱਥੇ ਬੈਠ ਕੇ ਬਾਣੀ ਪੜ੍ਹਨ ਲੱਗਿਆ ਇਹ ਸੋਚੇ ਕਿ ਮੇਰੇ ਕੋਲ ਗੁਰੂ ਨਾਨਕ ਬੈਠਾ, ਦਸੇ ਪਾਤਸ਼ਾਹੀਆਂ ਮੇਰੇ ਕੋਲ ਬੈਠੀਆਂ ਬਾਣੀ ਸੁਣ ਰਹੀਆਂ ਨੇ, ਮੈਂ ਆਪਣੇ ਗੁਰੂ ਨੂੰ ਰਝਾਉਣ ਵਾਸਤੇ ਬਾਣੀ ਸੁਣਾ ਰਿਹਾ। ਅਤੇ ਇਹ ਸੱਚਾਈ ਹੈ, ਇਹ ਹਕੀਕਤ ਹੈ ਕਿ ਜੀਵਨ ਤਬਦੀਲ ਹੋਣਗੇ ਨਾ, ਟਾਈਮ ਨਹੀਂ ਲੱਗੇਗਾ। ਤਾਂ ਹੀ ਤਾਂ ਅੱਜ ਅਸੀਂ ਆਖਦੇ ਨਾ ਜੀਵਨ ਵਿੱਚ ਤਬਦੀਲੀ ਨਹੀਂ ਆ ਰਹੀ। ਆਉਣੀ ਕਿੱਥੋਂ ਆ ਜੀ? ਧਿਆਨ ਤਾਂ ਸਾਡਾ ਹੋਰ ਕਿਤੇ ਹੈ। ਧਿਆਨ ਤਾਂ ਲਾਉਣਾ ਸੀ ਗੁਰੂ ਦੇ ਨਾਲ, ਪਰ ਧਿਆਨ ਸਾਡਾ ਕਿਤੇ ਹੋਰ ਖਿੰਡਿਆ ਹੋਇਆ। ਹੁਣ ਗੁਰੂ ਸਾਹਿਬ ਕਹਿੰਦੇ ਨੇ ਭਾਵੇਂ ਸਾਰੇ ਧਰਮ ਆਦਿਕ ਗ੍ਰੰਥ ਜਿੰਨੇ ਵੀ ਨੇ ਉਹਨਾਂ ਧਰਮ ਗ੍ਰੰਥਾਂ ਨੂੰ ਪੜ੍ਹ ਲੈ, ਇਹਨਾਂ ਪੜ੍ਹਨ ਦੇ ਨਾਲ ਮੁਕਤ ਨਹੀਂ ਹੋਵੇਗੇ। ਕਿਉਂ? ਕਿਉਂਕਿ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਧਿਆਨ ਨਾਲ ਸੁਣਿਓ ਹੁਣ, ਏਕ ਅੱਖਰ ਗੁਰੂ ਸਾਹਿਬ ਦਾ ਬਚਨ ਹੈ। ਏਕ ਜਿਹੜਾ ਅੱਖਰ ਹੈ ਨਾ, ਇੱਕ ਜੋ ਗੁਰਮੁਖ ਜਾਪੈ, ਜਿਹੜਾ ਗੁਰਮੁਖ ਗੁਰੂ ਦੇ ਰਾਹੀਂ ਜਪਦਾ ਹੈ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਮੈਨੂੰ ਜ਼ਿਆਦਾ ਜਨਮਾਂ 'ਚ ਨਹੀਂ ਆਉਣਾ ਪੈਂਦਾ, ਸਿਰਫ ਇੱਕ ਸ਼ਬਦ ਦੀ ਗੱਲ ਹੈ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਉਹਦਾ ਮਨ ਨਿਰਮਲ, ਉਹਦਾ ਮਨ ਪਵਿੱਤਰ ਹੋ ਜਾਂਦਾ ਜਿਹੜਾ ਇੱਕ ਅੱਖਰ ਸਮਝ ਲੈਂਦਾ ਹੈ ਗੁਰੂ ਦੇ ਰਾਹੀਂ, ਗੁਰੂ ਵੱਲ ਨੂੰ ਮੁੱਖ ਕਰਕੇ ਗੁਰੂ ਦੇ ਰਾਹੀਂ ਇੱਕ ਅੱਖਰ ਨੂੰ ਧਿਆਨ ਵਿੱਚ ਰੱਖ ਕੇ ਉਹਨੂੰ ਪੜ੍ਹਦਾ ਹੈ। ਵੇਖੋ ਇੱਕ ਅੱਖਰ ਦੀ ਕਿੰਨੀ ਮਹਾਨਤਾ ਦੱਸੀ ਹੈ। ਅਸੀਂ ਸਾਰਾ ਜਪਜੀ ਸਾਹਿਬ ਵੀ ਉੱਦਾਂ ਪੜ੍ਹ ਜਾਂਦੇ ਹਾਂ ਤੇ ਗੁਰੂ ਸਾਹਿਬ ਕਹਿੰਦੇ ਇੱਕ ਅੱਖਰ, ਜੇ ਇੱਕ ਅੱਖਰ ਵੀ ਗੁਰੂ ਦੇ ਰਾਹੀਂ ਜਪਿਆ ਗਿਆ ਨਾ ਤੇ ਤੇਰਾ ਥਾਂ ਪਏਗਾ। ਅਖੀਰਲੀ ਪੰਕਤੀ ਅੰਦਰ, ਕਿਉਂਕਿ ਸਮੇਂ ਦੀ ਸਮਾਪਤੀ ਹੈ, ਮੈਂ ਮਾਫੀ ਚਾਹੁੰਦਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰੂ ਸਾਹਿਬ ਕਹਿੰਦੇ ਵੀ ਆਹ ਜਿਹੜਾ ਉਪਦੇਸ਼ ਹੈ ਨਾ, ਇਹ ਨਾ ਸਮਝਿਓ ਕਿ ਕਿਤੇ ਇੱਕ ਧਰਮ ਨੂੰ ਦੇ ਦਿੱਤਾ, ਕਿ ਜਿਹੜੇ ਇਸ਼ਨਾਨ ਆਦਿਕ ਕਰਦੇ ਨੇ ਉਹਨਾਂ ਨੂੰ ਦੇ ਦਿੱਤਾ, ਜਿਹੜੇ ਵੇਦ ਕਿਤਾਬ ਪੜ੍ਹਦੇ ਨੇ, ਧਰਮ ਪੁਸਤਕਾਂ ਆਦਿਕ ਪੜ੍ਹਦੇ ਨੇ, ਉਹ ਇੱਕ ਜਾਣੇ ਨੂੰ ਉਪਦੇਸ਼ ਦਿੱਤਾ। ਕਹਿੰਦੇ ਸਾਰੇ ਚੌ ਵਰਨਾ, ਉਹਦੇ ਵਿੱਚ ਜਿੰਨੇ ਵੀ ਵਰਗ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਇਹ ਉਪਦੇਸ਼ ਹੈ। ਕਿਉਂਕਿ
ਇਹ ਇੱਕ ਵਾਸਤੇ ਨਹੀਂ ਤੇ ਉਪਦੇਸ਼ ਕੀ ਹੈ? ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਭਾਈ ਨਾਮ ਜਪਣਾ ਜਿਹੜਾ ਇਹ ਉਪਦੇਸ਼ ਹੈ, ਗੁਰੂ ਸਾਹਿਬ ਕਹਿੰਦੇ ਸਾਰਿਆਂ ਵਾਸਤੇ ਸਾਂਝਾ ਹੈ ਕਿ ਭਲਿਓ ਗੁਰੂ ਦੇ ਰਾਹੀਂ ਨਾਮ ਸਿਮਰਨ ਕਰਨਾ ਇਹ ਸਾਡਾ ਆਧਾਰ ਹੈ। ਤੇ ਜਿਹੜਾ ਇਹਨੂੰ ਆਧਾਰ ਬਣਾ ਲੈਂਦਾ ਤੇ ਉਹ ਫਿਰ ਨਾਮ ਜਪਦਾ ਏ, ਉਹ ਫਿਰ ਇਸ ਜਗਤ ਵਿੱਚ ਵੀ ਉਹਦਾ ਉਧਾਰ ਹੋ ਜਾਂਦਾ। ਉਧਰੈ ਸੋ ਕਲ ਮੈਂ, ਕਲ ਇੱਥੇ ਕਲ ਯੁੱਗ ਦਾ ਅਰਥ ਨਹੀਂ, ਇਹ ਸਮੇਂ ਦੇ ਵਿੱਚ ਨਹੀਂ ਕਿ ਸਤਿਯੁਗ ਤ੍ਰੇਤਾ ਯੁੱਗ ਦੁਆਪਰ, ਇਹ ਸਮੇਂ ਵਿੱਚ ਨਹੀਂ, ਇਹ ਜਗਤ ਦੀ ਗੱਲ ਕੀਤੀ ਹੈ ਕਿ ਇਸ ਜਗਤ ਦੇ ਵਿੱਚ ਉਹਦਾ ਉਧਾਰ ਹੋ ਜਾਂਦਾ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ, ਸਤਿਗੁਰੂ ਰਹਿਮਤ ਕਰਨ ਸਾਡੇ ਹਿਰਦੇ ਵਿੱਚ ਵੀ ਪਰਮਾਤਮਾ ਦਾ ਨਾਮ ਵਸ ਜਾਵੇ, ਸਾਨੂੰ ਵੀ ਗੁਰੂ ਦੇ ਨਾਲ ਗੱਲ ਕਰਨ ਦੀ ਜਾਚ ਆ ਜਾਵੇ। ਅਖੀਰ ਵਿੱਚ ਬੇਨਤੀ ਕਰਾਂਗਾ ਗੁਰੂ ਕੇ ਪਿਆਰ ਵਾਲਿਓ, ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ ਥੋੜ੍ਹੀ ਪੜ੍ਹ ਲਿਆ ਕਰੀਏ, ਪਰ ਜਦੋਂ ਬਾਣੀ ਪੜ੍ਹਦੇ ਹਾਂ ਉਦੋਂ ਬਾਣੀ ਪੜ੍ਹਦਿਆਂ ਹੋਇਆਂ ਇਹ ਸਮਝਿਆ ਕਰੀਏ ਕਿ ਸਾਡੇ ਕੋਲ ਸਾਡਾ ਗੁਰੂ ਬੈਠਾ ਹੈ, ਅਸੀਂ ਗੁਰੂ ਦੇ ਨਾਲ ਗੱਲਾਂ ਕਰ ਰਹੇ ਹਾਂ ਤੇ ਗੁਰੂ ਫਿਰ ਆਪੇ ਰਹਿਮਤ ਕਰਦਾ ਹੈ, ਸਤਿਗੁਰੂ ਸੋਝੀ ਬਖਸ਼ਦਾ ਹੈ ਤੇ ਸਾਡੇ ਹਿਰਦੇ ਘਰ ਵਿੱਚ ਫਿਰ ਉਹ ਨਾਮ ਦੀ ਦਾਤ ਜਿਹੜੀ ਹੈ, ਉਹ ਅੰਮ੍ਰਿਤਮਈ ਜਿਹੜੀ ਬੂੰਦ ਹੈ ਉਹ ਸਾਡੇ ਹਿਰਦੇ ਘਰ ਵਿੱਚ ਵਸ ਜਾਂਦੀ ਹੈ। ਫਿਰ ਉਹ ਖੇਡ ਵਰਤਦੀ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਅੱਜ ਦੇ ਹੁਕਮ ਰਾਹੀਂ ਬਖਸ਼ਿਸ਼ ਕੀਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਅੰਤ ਗੁਰਫਤਿਹ ਨਾਲ ਸਾਂਝ ਬਣਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।